वाहिगुरु जी। एक ओंकार सतनाम करता पुरख निर्भयो निर्वैर अकाल मूरत अजूनी सैभं गुर प्रसाद चकर चहन अर बरन जात अर पात नहन जेहे अरूप रंग अर रेख पेख को कह न सकत केहे अचल मूरत अनभव प्रकाश अमितोज कह जय कोट इंद्र इंद्राण साहे साहान गण जय त्रिभुवन महीप सुर नर असुर नेत नेत बन तृण कहत तब सर्ब नाम कथय कवन कर्म नाम बरनत समत तब सर्ब नाम कथय कवन कर्म नाम बरनत समत। प्रभु जी तो कहलाज हमारी नीलकंठ नर हर नारायण नील बसन बनवारी परम पुरख परमेश्वर स्वामी पावन पौन आहारी माधव महाजोत मद मर्दन मान मुकंद मुरारी निर्विकार निर्जुर निंद्रा बिन निर्भिख नरक निवारी कृपा सिंधु काल त्रैदर्शी कुकरित पर नाशनकारी तनर पान त्रित मान तरा तर अनविकार अस तहारी हो मत मंद चरण शरणागत कर गह लेहो उबहारी माधो जल की प्यास न जाए जल मह अग्न उठी अद खाए तू जल निध हो जल का मीन जल मह रहो जल बिन खीन तू पिंजर हो सुअटा तोर जम मंजार कहाँ कर मोर तू तरवर हो पंखी आहे मंद भागे तेरो दर्शन नाहे तू सतगुर हो नौतन चेला कह कबीर मिल अंत की बेला हम अवगुण भरे एक गुण नाही
ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸਾ ਕੁਰਸਾ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਜਾ ਕੈ ਸੰਗ ਇਹੋ ਮਨ ਨਿਰਮਲ। ਜਾ ਕੈ ਸੰਗ ਹਰ ਹਰ ਸਿਮਰਨ। ਜਾ ਕੈ ਸੰਗ ਇਹੋ ਮਨ ਨਿਰਮਲ। ਜਾ ਕੈ ਸੰਗ ਹਰ ਹਰ ਸਿਮਰਨ। ਜਾ ਕੈ ਸੰਗ ਕਿਲ ਬਿਖ ਹੋਏ ਨਾਸ। ਜਾ ਕੈ ਸੰਗ ਹਿਰਦੈ ਪਰਗਾਸ। ਸੇ ਸੰਤਨ ਹਰ ਕੇ ਮੇਰੇ ਮੀਤ। ਕੇਵਲ ਨਾਮ ਗਾਈਐ ਜਾ ਕੈ ਨੀਤ। ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ। ਜਾ ਕੈ ਉਪਦੇਸ ਪਰਮ ਭਉ ਨਸੈ। ਜਾ ਕੈ ਕੀਰਤ ਨਿਰਮਲ ਸਾਰ। ਜਾ ਕੀ ਰੇਨ ਬਾਂਛੈ ਸੰਸਾਰ। ਕੋਟ ਪਤਤ ਜਾ ਕੈ ਸੰਗ ਉਧਾਰ। ਏਕ ਨਿਰੰਕਾਰ ਜਾ ਕੈ ਨਾਮ ਆਧਾਰ। ਸਰਬ ਜੀਆਂ ਕਾ ਜਾਣੈ ਭਇਓ। ਕਿਰਪਾ ਨਿਧਾਨ ਨਿਰੰਜਨ ਦਿਓ। ਪਾਰ ਬ੍ਰਹਮ ਜਬ ਭਏ ਕਿਰਪਾਲ। ਤਬ ਭੇਟੇ
ਗੁਰ ਸਾਧ ਦਇਆਲ। ਦਿਨ ਰੈਣ ਨਾਨਕ ਨਾਮ ਧਿਆਏ। ਸੁਖ ਸਹਿਜ ਆਨੰਦ ਹਰ ਨਾਏ। ਦਿਨ ਰੈਣ ਨਾਨਕ ਨਾਮ ਧਿਆਏ। ਸੁਖ ਸਹਿਜ ਆਨੰਦ ਹਰ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤਨਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ। ਤੁਰਕੀ ਬਾਣੀ, ਅਕਾਲੀ ਬਾਣੀ, ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਜੋ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹਨ, ਆਓ ਮਨ ਔਰ ਬਿਰਤੀਆਂ ਕੁਝ ਸਮੇਂ ਲਈ ਗੁਰੂ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੋਂਡਾ ਮਹੱਲਾ ਪੰਜਵਾ। ਜਾ ਕੈ ਸੰਗ ਇਹੋ ਮਨ ਨਿਰਮਲ। ਰਾਗ ਗੌਂਡ ਹੈ ਔਰ ਦਇਆਨੰਦ ਸੁਆਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਇਹ ਪਾਵਨ ਔਰ ਪਵਿੱਤਰ ਸ਼ਬਦ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਦੀ ਸੰਗਤ ਕੀਤਿਆਂ ਇਹ ਮਨ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਦੀ ਸੰਗਤ ਕੀਤਿਆਂ ਪਹਿਲੀਆਂ ਇਹ ਪੰਕਤੀਆਂ ਵਿੱਚ ਜਾ ਕੇ ਸ਼ਬਦ ਮਹਾਰਾਜ ਜੀ ਨੇ ਵਰਤਿਆ। ਅੱਗੇ ਜਾ ਕੇ ਰਹਾਉ ਦੇ ਬੰਦ ਵਿੱਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਜਾ ਕੇ ਦਾ ਮਤਲਬ ਕੀ ਹੈ, ਕਿਹਨਾਂ ਦਾ ਸੰਗ, ਕਿਹਨਾਂ ਦੀ ਸੰਗਤ। ਉੱਥੇ ਜਾ ਕੇ ਸਪਸ਼ਟ ਕੀਤਾ ਸੰਤ ਜਨਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ। ਯਾਨੀ ਕਿ ਜਾ ਕੇ ਦਾ ਮਤਲਬ ਹੈ ਰੱਬ ਦੇ ਪਿਆਰੇ ਸਾਧੂਆਂ ਦੀ ਸੰਗਤ ਵਿੱਚ ਇਹ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਜੈਸੇ ਦੀ ਸੰਗਤ ਮਿਲੇ ਇਹ ਮਨ ਤੈਸੀ ਰੰਗਤ ਨੂੰ ਗ੍ਰਹਿਣ ਕਰਦਾ ਹੈ। ਇੱਕੋ ਘਰ ਵਿੱਚ ਜਨਮੇ ਤੋਤਿਆਂ ਦਾ ਜੋੜਾ, ਦੋਵੇਂ ਭਰਾ ਨੇ, ਇੱਕੋ ਘਰ ਵਿੱਚ ਜਨਮੇ ਨੇ। ਇੱਕ ਨੂੰ ਕੋਈ ਸਾਧੂ ਲੈ ਗਿਆ, ਦੂਜੇ ਨੂੰ ਇੱਕ ਡਕੈਤ ਸੀ, ਰਾਹ ਮਾਰ ਸੀ, ਠੱਗ ਸੀ, ਉਹ ਲੈ ਗਿਆ। ਜਿਹਨੂੰ ਸਾਧੂ ਲੈ ਗਿਆ ਉਹਦੀ ਸੰਗਤ ਕਰਨ ਵਾਲਾ ਤੋਤਾ ਉਹਦੀ ਸੰਗਤ ਵਿੱਚ ਵੱਡਾ ਹੋਇਆ। ਉਹਨੇ ਸਿੱਖਿਆ ਜਦੋਂ ਕੋਈ ਆਵੇ ਤੇ ਆਖੇ ਜੀ ਆਓ ਜੀ, ਜੀ ਆਇਆਂ ਨੂੰ ਜੀ, ਰਾਮ ਰਾਮ ਜੀ,
ਉੱਥੋਂ ਹੀ ਚੱਲ ਕੇ ਵਿਅਕਤੀ ਅੱਗੇ ਪਹੁੰਚਿਆ ਤੇ ਜਿਹੜਾ ਉਹ ਠੱਗ ਸੀ, ਠੱਗ ਦੇ ਕੋਲ ਜਿਹੜਾ ਤੋਤਾ ਸੀ, ਉਹਦੇ ਕੋਲ ਜਾ ਕੇ ਕੀ ਵੇਖਦਾ ਵੀ ਉਹ ਤੋਤਾ ਕਹਿੰਦਾ ਆ ਗਿਆ, ਉਹ ਵੱਢ ਲਓ, ਕੱਟ ਲਓ, ਲੁੱਟ ਲਓ, ਮਾਰ ਦਿਓ, ਖੋਹ ਲਓ। ਇੱਕ ਨੂੰ ਸਾਧੂ ਦੀ ਸੰਗਤ ਮਿਲੀ ਤੇ ਉਹਦੀ ਬੋਲੀ ਸੁਧਰ ਗਈ, ਇੱਕ ਨੂੰ ਠੱਗ ਦੀ ਸੰਗਤ ਮਿਲੀ ਤੇ ਉਦਾਂ ਦਾ ਹੋ ਗਿਆ। ਇਹ ਉਦਾਹਰਣ ਦੇ ਕੇ ਮਹਾਂਪੁਰਸ਼ ਸਮਝਾਉਂਦੇ ਹੈ ਕਿ ਜਿਹੋ ਜਿਹੀ ਦੀ ਸੰਗਤ ਮਿਲੇ ਇਨਸਾਨੀ ਮਨ ਉਹੋ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਹਾਂ, ਇੱਕ ਦਿਨ 2 ਦਿਨ ਵਿੱਚ ਫਰਕ ਨਹੀਂ ਪੈਂਦਾ, ਜਿਵੇਂ ਜਿਵੇਂ ਉਹਦੀ ਸੰਗਤ ਵਿੱਚ ਸਮਾਂ ਬੀਤਦਾ ਚੱਲਿਆ ਜਾਂਦਾ ਤਿਵੇਂ ਤਿਵੇਂ ਦੇ ਮਨ ਦੀ ਰੰਗਤ ਉਹਦੀ ਸੰਗਤ ਦੇ ਮੁਤਾਬਕ ਬਣਨੀ ਸ਼ੁਰੂ ਹੁੰਦੀ ਚਲੀ ਜਾਂਦੀ। ਇਸ ਕਰਕੇ ਸੰਗ ਕਰਨਾ ਤਾਂ ਭਲੇ ਪੁਰਸ਼ਾਂ ਦਾ, ਸੰਗ ਕਰਨਾ ਤੇ ਬਾਣੀ ਪੜ੍ਹਨ ਵਾਲਿਆਂ ਦਾ, ਗੁਰਸਿੱਖਾਂ ਦਾ, ਨਾਮ ਜਪਣ ਵਾਲਿਆਂ ਦਾ। ਜਿਨ੍ਹਾਂ ਦੀ ਸੰਗਤ ਕੀਤਿਆਂ ਇਹ ਮਨ ਨਿਰਮਲ ਹੁੰਦਾ, ਪਵਿੱਤਰ ਹੁੰਦਾ, ਸ਼ੁੱਧ ਹੁੰਦਾ। ਜਦੋਂ ਸਾਖਤਾਂ ਦੁਰਜਨਾਂ ਦਾ ਸੰਗ ਕਰੀਏ ਤਾਂ ਉਹਨਾਂ ਦੀ ਸੰਗਤ ਕੀਤਿਆਂ ਇਹ ਮਨ ਉਹਨਾਂ ਦੀ ਰੰਗਤ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ, ਉਹਨਾਂ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਇਹ ਇਨਸਾਨੀ ਮਨ ਦਾ ਸੁਭਾਅ ਹੈ, ਇਹ ਬੜੀ ਛੇਤੀ ਨਾਲ ਆਦਤਾਂ ਨੂੰ ਗ੍ਰਹਿਣ ਕਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੀ ਸੰਗਤ ਕੀਤਿਆਂ ਇਹ ਮਨ ਨਿਰਮਲ ਹੋ ਜਾਂਦਾ ਹੈ। ਹੇ ਮੇਰਿਆ ਮਨਾ, ਉਹਨਾਂ ਦੀ ਸੰਗਤ ਵਿੱਚ ਬੈਠ, ਉਹਨਾਂ ਗੁਰਮੁਖਾਂ ਦੀ ਸੰਗਤ ਕਰ, ਨਾਮ ਜਪਣ ਵਾਲਿਆਂ ਦੀ ਸੰਗਤ ਕਰ। ਜਾ ਕੈ ਸੰਗ ਹਰ ਹਰ ਸਿਮਰਨ, ਜਿਨ੍ਹਾਂ ਦੀ ਸੰਗਤ ਕੀਤਿਆਂ ਇਸ ਮਨ ਵਿੱਚ ਹਰੀ ਦਾ ਸਿਮਰਨ ਚੱਲ ਪੈਂਦਾ। ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੀ ਸੰਗਤ ਕੀਤਿਆਂ ਮਨ ਹਰੀ ਦੇ ਸਿਮਰਨ ਵਿੱਚ ਜੁੜ ਜਾਂਦਾ। ਉਹਨਾਂ ਦੀ ਸੰਗਤ ਦਾ ਪ੍ਰਤਾਪ ਹੀ ਐਸਾ ਹੈ ਕਿ ਸਤਿਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਬਦੋ ਬਦੀ ਮਨ ਕਰਦਾ ਸਿਮਰਨ ਕਰਨ ਨੂੰ, ਭਜਨ ਕਰਨ ਨੂੰ, ਬਾਣੀ ਪੜ੍ਹਨ ਨੂੰ। ਚਿੱਤ ਕਰਦਾ ਮੈਂ ਬਾਣੀ ਪੜ੍ਹਾਂ, ਚਿੱਤ ਕਰਦਾ ਮੈਂ ਸਿਮਰਨ ਕਰਾਂ, ਚਿੱਤ ਕਰਦਾ ਮੈਂ ਗੁਰਦੇਵ ਦੇ ਦਰਸ਼ਨ ਕਰਾਂ, ਚਿੱਤ ਕਰਦਾ ਮੈਂ ਸੇਵਾ ਕਰਾਂ। ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠਣ ਲੱਗ ਪਈਏ, ਉਹਨਾਂ ਦੀ ਸ਼ੋਭਤ ਵਿੱਚ, ਉਹਨਾਂ ਦੀ ਸੰਗਤ ਵਿੱਚ, ਮਹਾਰਾਜ ਜੀ ਕਹਿੰਦੇ ਇਹ ਮਨ ਹਰੀ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ, ਇਹ ਹਰ ਹਰ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ। ਜਾ ਕੈ ਸੰਗ ਕਿਲ ਬਿਖ ਹੋਏ ਨਾਸ, ਇੱਥੇ ਹੀ ਬਸ ਨਹੀਂ, ਉਹਨਾਂ ਦੀ ਸੰਗਤ ਕੀਤਿਆਂ ਜਿਹੜੇ ਕਿਲ ਵਿਖ ਨੇ। ਕਿਲ ਵਿਖ ਕਿਹਨੂੰ ਕਹਿੰਦੇ ਨੇ? ਕਿਲ ਵਿਖ ਉਹ ਕਰਮ ਜਿਹੜੇ ਅਸੀਂ ਮਿੱਥ ਕੇ ਕੀਤੇ ਹੋਏ ਨੇ, ਮਾੜੇ ਤੇ ਭੈੜੇ ਕਰਮ ਮਿੱਥ ਕੇ ਕੀਤੇ, ਜਾਣ ਬੁੱਝ ਕੇ ਕੀਤੇ। ਮਿੱਥ ਕੇ ਕੀਤੇ ਹੋਏ ਜਿਹੜੇ ਕਰਮ ਨੇ, ਪਾਪ ਕਰਮ, ਕਹਿੰਦੇ ਭਾਈ ਇਹ ਪਾਪ ਕਰਮ ਵੀ ਸਾਧੂਆਂ ਦੀ ਸੰਗਤ ਕੀਤਿਆਂ ਮਿਟ ਜਾਂਦੇ ਨੇ, ਬਿਨਸ ਜਾਂਦੇ। ਜਾ ਕੈ ਸੰਗ ਕਿਲ ਬਿਖ ਹੋਏ ਨਾਸ, ਜਿਨ੍ਹਾਂ ਦੀ ਸੰਗਤ ਕੀਤਿਆਂ ਇਹ ਜਿਹੜੇ ਕਿਲ ਬਿਖ ਨੇ, ਪਾਪ ਨੇ, ਭੈੜੇ ਤੇ ਮਾੜੇ ਕਰਮ ਨੇ, ਇਹਨਾਂ ਮਾੜਿਆਂ ਭੈੜਿਆਂ ਕਰਮਾਂ ਦਾ ਨਾਸ ਹੋ ਜਾਂਦਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ, ਸਤਿਪੁਰਸ਼ਾਂ ਦੀ ਸੰਗਤ ਕਰਕੇ। ਜਿੰਨੇ ਕਿਲ ਵਿਖ ਨੇ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਜਾ ਕੈ ਸੰਗ ਹਿਰਦੈ ਪਰਗਾਸ, ਸਤਿਪੁਰਸ਼ਾਂ ਦੀ ਸੰਗਤ ਕੀਤਿਆਂ ਜਿਨ੍ਹਾਂ ਦੇ ਸੰਗ ਵਿੱਚ ਬੈਠਿਆਂ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਹਿਰਦੈ ਪਰਗਾਸ, ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ, ਗਿਆਨ ਦਾ ਚਾਨਣਾ ਹੋ ਜਾਂਦਾ। ਸਤਿਪੁਰਸ਼ਾਂ ਦੀ ਸੰਗਤ ਵਿੱਚ ਬੈਠਿਆਂ ਸੋਝੀ ਆਉਣੀ ਸ਼ੁਰੂ ਹੁੰਦੀ ਹੈ। ਮੈਂ ਕੀ ਕਰਨਾ ਹੈ, ਕੀ ਕਰਨ ਆਇਆ ਤੇ ਕੀ ਕਰ ਰਿਹਾ।
ਇਹ ਗਿਆਨ ਸਤਿਪੁਰਸ਼ਾਂ ਦੀ ਸੰਗਤ ਵਿੱਚ ਹੁੰਦਾ। ਅਸੀਂ ਸਾਧ ਸੰਗਤ ਕਰਦੇ ਹਾਂ, ਸਤ ਸੰਗਤ ਵਿੱਚ ਵੀ ਆ ਕੇ ਸਾਨੂੰ ਨਿਤ ਕੋਈ ਨਾ ਕੋਈ ਸੋਝੀ ਮਿਲਦੀ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੁੰਦਾ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਜਿਵੇਂ ਜਿਵੇਂ ਸਮਾਂ ਬੀਤਦਾ ਤਿਵੇਂ ਤਿਵੇਂ ਸਤਿਗੁਰਾਂ ਦੀ ਬਾਣੀ ਦੀ ਸੋਝੀ ਜਿਹੜੀ ਆ ਉਹ ਮਨ 'ਚ ਆਉਣੀ ਸ਼ੁਰੂ ਹੁੰਦੀ ਹੈ। ਸੰਗਤ ਦਾ ਇਹ ਪ੍ਰਤਾਪ ਹੈ। ਅੱਜ ਵਰਤਮਾਨ ਦੇ ਸਮੇਂ 'ਚ ਵੇਖੀਏ, ਜਿਤਨਾ ਇਹ ਸਮਾਂ ਕਲੀ ਕਾਲ ਦਾ ਪ੍ਰਬਲ ਹੋ ਰਿਹਾ ਹੈ, ਲੋਕ ਕਹਿੰਦੇ ਆ ਧਰਮੀ ਹਾਂ, ਪਰ ਧਰਮ ਤੋਂ ਕੋਹਾਂ ਦੂਰ ਜਾ ਰਹੇ ਨੇ। ਸਾਕਤਾਈ ਤੇ ਮਨਮੁਖਤਾਈ ਤੇ ਦੁਰਜਨਤਾਈ ਦੇ ਰੰਗ ਵਿੱਚ ਰੰਗੇ ਜਾ ਰਹੇ ਨੇ। ਇਹਦਾ ਮੂਲ ਕਾਰਨ ਹੈ ਕਿ ਸਤ ਸੰਗਤ ਵਿੱਚ ਆ ਕੇ ਸਮਾਂ ਬਤੀਤ ਨਹੀਂ ਕਰਦੇ। ਜਦੋਂ ਕੋਈ ਸਾਧ ਸੰਗਤ ਵਿੱਚ ਆ ਕੇ ਜੁੜਨਾ ਸ਼ੁਰੂ ਹੋ ਜਾਏ, ਸੰਗਤ ਵਿੱਚ ਆ ਕੇ ਕਥਾ ਸੁਣੇ, ਕੀਰਤਨ ਸੁਣੇ, ਜਿਵੇਂ ਜਿਵੇਂ ਕਥਾ ਕੀਰਤਨ ਨੂੰ ਸੁਣਦਾ ਤਿਵੇਂ ਤਿਵੇਂ ਸੋਝੀ ਹੁੰਦੀ ਹੈ ਤੇ ਜੀਵਨ ਜਾਚ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਰਹਿਤ ਮਰਿਆਦਾ ਵਿੱਚ ਗੁਰਸਿੱਖ ਨੂੰ ਸਤ ਸੰਗਤ ਕਰਨ ਦਾ ਹੁਕਮ ਕੀਤਾ ਹੈ। ਗੁਰਬਾਣੀ ਵਿੱਚ ਵੀ ਗੁਰਦੇਵ ਨੇ ਬਾਰ-ਬਾਰ ਸਾਧ ਸੰਗਤ ਦੀ ਮਹਿਮਾ ਨੂੰ ਦਰਸਾਇਆ। ਅਤੀ ਜ਼ਰੂਰੀ, ਅਤੀ ਆਵਸ਼ਕ ਹੈ ਸੰਗਤ ਵਿੱਚ ਜੁੜਨਾ, ਸੰਗਤ ਵਿੱਚ ਬੈਠਣਾ। ਸਤ ਸੰਗਤ ਜਿਹੜੀ ਹੈ ਇਹਨੂੰ ਚਟਸਾਲ ਦੀ ਇੱਕ ਵਿਦਿਆਲੇ ਦੀ ਤਸਬੀਹ ਦਿੱਤੀ ਹੈ ਸਤਿਗੁਰਾਂ ਨੇ ਗੁਰਬਾਣੀ ਵਿੱਚ। ਜਿਵੇਂ ਕਿਸੇ ਸਕੂਲ ਵਿੱਚ ਜਾ ਕੇ ਬੱਚਾ ਬਹੁਤ ਕੁਝ ਸਿੱਖਦਾ ਹੈ, ਵਿਦਿਆ ਨੂੰ ਗ੍ਰਹਿਣ ਕਰਦਾ ਹੈ, ਤੇ ਵੇ ਸਾਧ ਸੰਗਤ ਵਿੱਚ ਆ ਕੇ ਸ਼ੁਭ ਗੁਣ ਸਿੱਖਣ ਨੂੰ ਪ੍ਰਾਪਤ ਹੁੰਦੇ ਹੈ। ਸਤ ਸੰਗਤ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇੱਥੇ ਆਣ ਕੇ ਹਰੀ ਗੁਣ ਸਿੱਖਣ ਨੂੰ ਪ੍ਰਾਪਤ ਹੁੰਦੇ। ਤੋ ਮਹਾਰਾਜ ਜੀ ਫਰਮਾਉਂਦੇ ਹੈ ਕਿ ਜਿਨ੍ਹਾਂ ਦੀ ਸੰਗਤ ਕੀਤਿਆਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਸੇ ਸੰਤਨ ਹਰ ਕੇ ਮੇਰੇ ਮੀਤ। ਇਹੋ ਜਿਹੇ ਜਿਹੜੇ ਸੰਤ ਨੇ, ਐਸੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ, ਜਿਨ੍ਹਾਂ ਦੀ ਸੰਗਤ ਕੀਤਿਆਂ ਮਨ ਨਿਰਮਲ ਹੁੰਦਾ ਹੈ, ਜਿਨ੍ਹਾਂ ਦੀ ਸੰਗਤ ਕੀਤਿਆਂ ਹਰੀ ਦਾ ਸਿਮਰਨ ਮਨ 'ਚ ਚੱਲ ਪੈਂਦਾ ਹੈ, ਜਿਨ੍ਹਾਂ ਦੀ ਸੰਗਤ ਕੀਤਿਆਂ ਕਿਲਵਿਖਾਂ ਦਾ ਨਾਸ ਹੋ ਜਾਂਦਾ ਹੈ, ਜਿਨ੍ਹਾਂ ਦੀ ਸੰਗਤ ਕੀਤਿਆਂ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਇਹੋ ਜਿਹੇ ਜਿਹੜੇ ਸੰਤ ਜਨ ਹਨ ਹਰੀ ਦੇ, ਅਸਲ ਵਿੱਚ ਉਹੀ ਮੇਰੇ ਮਿੱਤਰ ਨੇ। ਸੇ ਸੰਤਨ ਹਰ ਕੇ ਮੇਰੇ ਮੀਤ। ਇਹੋ ਜਿਹੇ ਜਿਹੜੇ ਸੰਤ ਨੇ ਹਰੀ ਦੇ, ਉਹ ਮੇਰੇ ਮਿੱਤਰ ਨੇ, ਉਹੀ ਮੇਰੇ ਪਿਆਰੇ ਹਨ। ਕੇਵਲ ਨਾਮ ਗਾਈਐ ਜਾ ਕੈ ਨੀਤ। ਜਿਨ੍ਹਾਂ ਦੀ ਸੰਗਤ ਵਿੱਚ ਕੇਵਲ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਗਾਵਿਆ ਜਾਂਦਾ ਹੈ, ਨਿਰੰਕਾਰ ਦੇ ਨਾਮ ਦੀ ਆਰਾਧਨਾ ਕੀਤੀ ਜਾਂਦੀ ਹੈ। ਹੇ ਭਾਈ, ਇਹੋ ਜਿਹੇ ਸਾਧੂਆਂ ਦੀ ਸੰਗਤ ਹੀ ਮੇਰੇ ਮਨ ਨੂੰ ਭਾਉਂਦੀ ਹੈ। ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ। ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਨਾ, ਤਾਂ ਉਹ ਸਲਾਹ ਕੀ ਦਿੰਦੇ ਆ, ਮੰਤਰ ਕੀ ਦਿੰਦੇ ਆ? ਉਹ ਸਲਾਹ ਦਿੰਦੇ ਆ, ਭਾਈ ਹਰੀ ਦਾ ਨਾਮ ਜਪਿਆ ਕਰੋ, ਨਾਮ ਦੀ ਆਰਾਧਨਾ ਕਰਿਆ ਕਰੋ। ਇਹ ਉਪਦੇਸ਼ ਦਿੰਦੇ ਆ, ਤੇ ਉਹਨਾਂ ਦੇ ਉਪਦੇਸ਼ ਨਾਲ ਫਿਰ ਹਰੀ ਦਾ ਨਾਮ ਮਨ ਵਿੱਚ ਆ ਕੇ ਵਸਣਾ ਸ਼ੁਰੂ ਹੋ ਜਾਂਦਾ। ਹਰ ਹਰ ਮਨ ਵਸੈ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਉਪਦੇਸ਼ ਦਿੰਦੇ ਨੇ। ਉਹ ਕੀ ਉਪਦੇਸ਼ ਦਿੰਦੇ ਆ? ਵੀ ਨਾਮ ਜਪਿਆ ਕਰੋ, ਭਜਨ ਕਰਿਆ ਕਰੋ, ਬਾਣੀ ਪੜਿਆ ਕਰੋ, ਗੁਰਮੰਤਰ ਦਾ ਅਭਿਆਸ ਕਰਿਆ ਕਰੋ। ਜਿਹੜੇ ਤਾਂ ਹੁੰਦੇ ਆ ਦੰਭੀ ਪਖੰਡੀ, ਉਹ ਨਹੀਂ ਆਖਣਗੇ ਤੁਸੀਂ ਬਾਣੀ ਪੜੋ, ਉਹ ਨਹੀਂ ਆਖਣਗੇ ਤੁਸੀਂ ਸਿਮਰਨ ਕਰੋ। ਉਹ ਸਿਮਰਨ ਕਰਨ ਨੂੰ ਜੇ ਕਹਿਣਗੇ ਵੀ ਨਾ, ਤੇ ਆਖਣਗੇ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਸਿਮਰਨ ਕਰਿਆ ਕਰੋ,
ਤੁਸੀਂ ਜਦੋਂ ਸਿਮਰਨ ਕਰਨ ਲੱਗਦੇ ਉਦੋਂ ਆਹ ਕੰਮ ਕਰਿਆ ਕਰੋ, ਬਾਣੀ ਪੜ੍ਹਨ ਵੇਲੇ ਤੁਸੀਂ ਆਹ ਕੰਮ ਕਰਿਆ ਕਰੋ, ਉਹ ਨਾਲ ਟੋਟ ਕੇ ਦੱਸਦੇ। ਇਹ ਯੋਗ ਨਹੀਂ। ਗੁਰਬਾਣੀ ਕਿਸੇ ਵੀ ਦਿਸ਼ਾ ਵਿੱਚ ਮੁੱਖ ਕਰਕੇ ਪੜ੍ਹੀ ਜਾ ਸਕਦੀ ਹੈ, ਕਿਉਂਕਿ ਮੇਰੇ ਸਾਹਿਬ ਨੇ ਜਿਹੜੇ ਦਿਸ਼ਾ ਦੇ ਭਰਮ ਚ ਪਏ ਹੋਏ ਸੀ ਉਹਨਾਂ ਦਾ ਖੰਡਨ ਕੀਤਾ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹਾ ਕੋ ਸੀਸ ਨਿਵਾਇਓ। ਹਾਂ, ਗੁਰਬਾਣੀ ਦੇ ਅਦਬ ਵਜੋਂ, ਗੁਰਬਾਣੀ ਦੇ ਸਤਿਕਾਰ ਵਜੋਂ ਤੁਸੀਂ ਹੱਥ ਵਿੱਚ ਪੋਥੀ ਹੈ ਤਾਂ ਪੋਥੀ ਨੂੰ ਸਰਾਣੇ ਵਾਲੇ ਪਾਸੇ ਮੁੱਖ ਕਰਕੇ ਅਦਬ ਵਜੋਂ, ਸਤਿਕਾਰ ਵਜੋਂ, ਕੋਈ ਦਿਸ਼ਾ ਦੀ ਬਾਤ ਨਹੀਂ ਹੈ, ਉਸ ਪਾਸੇ ਰੱਖ ਕੇ ਗੁਰਬਾਣੀ ਪੜ੍ਹ ਸਕਦੇ। ਦਿਸ਼ਾ ਦੀ ਕੋਈ ਬਾਤ ਨਹੀਂ ਵੀ ਦਿਸ਼ਾ ਕੋਈ ਵੀ ਹੋਵੇ। ਗੁਰਬਾਣੀ ਦੇ ਅਦਬ ਨੂੰ ਮੁੱਖ ਰੱਖਣਾ, ਸਤਿਕਾਰ ਨੂੰ ਮੁੱਖ ਰੱਖਣਾ। ਜੇ ਕੋਈ ਉੱਤੇ ਪਲੰਗੇ ਤੇ ਬੈਠਾ ਤੁਸੀਂ ਥੱਲੇ ਬਹਿ ਕੇ ਬਾਣੀ ਪੜ੍ਹਨ ਲੱਗ ਪਵੇ, ਇਹ ਵੀ ਯੋਗ ਨਹੀਂ। ਉੱਚੇ ਥਾਂ ਤੇ ਬਹਿ ਕੇ ਗੁਰਬਾਣੀ ਪੜ੍ਹਨ ਵਾਲਾ ਗੁਰਬਾਣੀ ਦਾ ਅਦਬ ਰੱਖੇ। ਸਰੀਰ ਦੀ ਕੋਈ ਬਾਤ ਨਹੀਂ, ਗੁਰਬਾਣੀ ਦਾ ਅਦਬ ਹੈ। ਸੋ ਕਹਿਣ ਤੋਂ ਭਾਵ ਪਰਮੇਸ਼ਰ ਦੇ ਸਿਮਰਨ ਵਾਸਤੇ ਨਾਮ ਜਪਣ ਦੀ ਪ੍ਰੇਰਨਾ ਜਿਹੜੀ ਆ ਉਹ ਮਹਾਂਪੁਰਸ਼ ਕਰਦੇ ਆ। ਉਹ ਕਿਸੇ ਨੂੰ ਫੋਕੀਆਂ ਕਰਮ ਕਿਰਿਆਵਾਂ ਵਿੱਚ ਨਹੀਂ ਜੋੜਦੇ ਵੀ ਆਹ ਤੂੰ ਧਾਗਾ ਬੰਨ ਲੈ, ਆਹ ਤਵੀਤ ਤੈਨੂੰ ਦੇਣਾ ਤੂੰ ਆਹ ਬੰਨ ਲੈ, ਆਹ ਰੱਖ ਤੈਨੂੰ ਦੇ ਰਿਹਾ ਤੂੰ ਇਹ ਬੰਨ ਲੈ। ਉਹ ਏਦਾਂ ਦੇ ਪਖੰਡਾਂ ਵਿੱਚ ਕਿਸੇ ਨੂੰ ਨਹੀਂ ਪਾਉਂਦਾ। ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ ਰੱਬ ਦੇ ਪਿਆਰੇ। ਜਦੋਂ ਉਹ ਉਪਦੇਸ਼ ਦਿੰਦੇ ਨੇ, ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹੈ, ਤਾਂ ਫਿਰ ਜੀਵ ਦੇ ਹਿਰਦੇ ਵਿੱਚ, ਮਨ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ। ਜਾ ਕੈ ਉਪਦੇਸ਼ ਭਰਮ ਭਉ ਨਸੈ। ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦੇ ਦਿੱਤੇ ਹੋਏ ਉਪਦੇਸ਼ ਨਾਲ ਹਿਰਦੇ ਚੋਂ ਭਰਮ ਦੂਰ ਹੁੰਦਾ ਹੈ। ਜਿੰਨੇ ਭਰਮ ਨੇ ਉਹਨਾਂ ਭਰਮਾਂ ਦੀ ਨਿਰਵਿਰਤੀ ਹੁੰਦੀ ਹੈ, ਤੇ ਭਰਮ ਦੂਰ ਹੋ ਜਾਏ ਤੇ ਡਰ ਵੀ ਲੱਥ ਜਾਂਦਾ। ਭਉ ਕਹਿੰਦੇ ਨੇ ਡਰ ਨੂੰ। ਜੇ ਭਰਮ ਦੂਰ ਹੋਵੇਗਾ ਤਾਂ ਭਉ ਡਰ ਵੀ ਨਿਰਵਿਰਤ ਹੋ ਜਾਵੇਗਾ। ਜਾ ਕੈ ਕੀਰਤ ਨਿਰਮਲ ਸਾਰ। ਕਹਿੰਦੇ ਜਿਨ੍ਹਾਂ ਦੀ ਸੰਗਤ ਵਿੱਚ ਪਰਮੇਸ਼ਰ ਦੀ ਕੀਰਤੀ ਕੀਤਿਆਂ ਨਿਰਮਲ ਤੇ ਪਵਿੱਤਰ ਸਾਰ ਦੀ, ਨਿਚੋੜ ਦੀ ਪ੍ਰਾਪਤੀ ਹੁੰਦੀ। ਅਸੀਂ ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਸੰਗਤ ਵਿੱਚ ਬੈਠੇ। ਇਹਦੇ ਤੋਂ ਬਾਅਦ ਨਿਚੋੜ ਕੀ ਹੈ, ਸਾਰ ਕੀ ਹੈ? ਸਾਰੀ ਕਥਾ ਦਾ, ਸਾਰੇ ਕੀਰਤਨ ਦਾ ਸਾਰ ਕੀ ਹੈ? ਤਾਂ ਮਹਾਂਪੁਰਸ਼ ਦੱਸਦੇ ਹੈ, ਸਾਰ ਹੈ ਤੁਸੀਂ ਆਪਣੇ ਨਿਜ ਸਵਰੂਪ ਨੂੰ ਜਾਣਨਾ, ਆਪਣੇ ਨਿਜ ਸਰੂਪ ਦੇ ਗਿਆਨ ਨੂੰ ਹਾਸਲ ਕਰਨਾ। ਇਹ ਸਾਰ ਹੈ, ਇਹ ਨਿਚੋੜ ਹੈ। ਹਾਂਜੀ। ਜਾ ਕੀ ਰੇਨ ਬਾਛੈ ਸੰਸਾਰ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਸਾਰਾ ਸੰਸਾਰ ਲੋਚਦਾ ਹੈ। ਸਾਰਾ ਸੰਸਾਰ ਚਾਹੁੰਦਾ ਹੈ ਕਿ ਸਾਧੂਆਂ ਦੇ ਚਰਨਾਂ ਦੀ ਖਾਕ ਮਿਲ ਜਾਏ, ਧੂੜੀ ਮਿਲ ਜਾਏ। ਜਾ ਕੀ ਰੇਨ ਬਾਛੈ ਸੰਸਾਰ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ, ਖਾਕ ਸਾਰਾ ਸੰਸਾਰ ਮੰਗਦਾ ਹੈ। ਕੋਟ ਪਤਤ ਜਾ ਕੈ ਸੰਗ ਉਧਾਰ। ਕਰੋੜਾਂ ਪਤਤ ਪਾਪੀ ਡਿੱਗੇ ਹੋਏ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਉਧਰ ਗਏ ਨੇ।
ਗਣਕਾ ਕਿੱਡੀ ਵੱਡੀ ਪਾਪਣ ਸੀ। ਇੱਕ ਮਹਾਪੁਰਸ਼ ਮਹਾਤਮਾ ਦਾ ਸੰਗ ਪ੍ਰਾਪਤ ਹੋਇਆ, ਉਸ ਗਣਕਾ ਦਾ ਉਧਾਰ ਹੋ ਗਿਆ। ਅਜਾਮਲ ਕਿੱਡਾ ਪਾਪੀ ਸੀ, ਇੱਕ ਸਾਧੂ ਦੀ ਸੰਗਤ ਹੋਈ, ਉਸ ਦੀ ਸੰਗਤ ਕਰਕੇ ਉਸ ਦਾ ਵੀ ਉਧਾਰ ਹੋਇਆ। ਪਤਾ ਨਹੀਂ ਕਿਤਨੇ ਕੋ ਪਤਤ ਸਤਪੁਰਸ਼ਾਂ ਸਾਧੂਆਂ ਦੀ ਸੰਗਤ ਕਰਕੇ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਉਧਰ ਗਏ ਨੇ। ਕੋਟ ਪਤਤ ਜਾ ਕੈ ਸੰਗ ਉਧਾਰ, ਕਰੋੜਾਂ ਪਤਤ, ਕਰੋੜਾਂ ਪਾਪੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਉਧਰ ਗਏ ਹਨ। ਏਕ ਨਿਰੰਕਾਰ ਜਾ ਕੈ ਨਾਮ ਆਧਾਰ, ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਗੁਰਮੁਖਾਂ ਨੂੰ ਆਧਾਰ ਹੈ। ਉਹ ਕੇਵਲ ਪਰਮੇਸ਼ਰ ਦੇ ਨਾਮ ਦੀ ਟੇਕ, ਨਾਮ ਦਾ ਆਸਰਾ ਹੀ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਦੇ ਹਨ। ਸਰਬ ਜੀਆਂ ਕਾ ਜਾਣੈ ਭਇਓ, ਰੱਬ ਦਾ ਸਵਰੂਪ ਕੈਸਾ ਹੈ? ਪਰਮੇਸ਼ਰ ਜੋ ਸਾਰੇ ਜੀਆਂ ਦਾ ਆਧਾਰ ਹੈ, ਉਹ ਕਿਹੋ ਜਿਹਾ ਹੈ? ਪੁੱਛਿਆ ਉਹ ਕੈਸਾ ਹੈ? ਤਾਂ ਕਹਿੰਦੇ ਉਹ ਐਸਾ ਹੈ ਕਿ ਸੰਸਾਰ ਦੇ ਜਿਤਨੇ ਜੀ ਨੇ ਸਭ ਦੇ ਅੰਦਰ ਦੇ ਭੇਦ ਨੂੰ ਉਹ ਜਾਣਦਾ ਹੈ। ਸਰਬ ਜੀਆਂ ਕਾ ਜਾਣੈ ਭਇਓ, ਜਿਤਨੇ ਸੰਸਾਰ ਦੇ ਜੀ ਨੇ ਸਭ ਦੇ ਅੰਦਰ ਦਾ ਭਇਓ, ਭੇਦ ਉਹ ਜਾਣਦਾ ਹੈ। ਉਹ ਜਾਣੀ ਜਾਣਾ, ਸਭ ਦੇ ਅੰਦਰ ਦਾ ਭੇਦ ਉਹ ਜਾਣਦਾ ਹੈ। ਕਿਰਪਾ ਨਿਧਾਨ ਨਿਰੰਜਨ ਦਿਓ, ਉਹ ਵਾਹਿਗੁਰੂ ਕਿਰਪਾ ਦਾ ਖਜ਼ਾਨਾ ਹੈ। ਕਿਰਪਾ ਨਿਧਾਨ, ਕਿਰਪਾ ਦਾ ਖਜ਼ਾਨਾ। ਔਰ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ। ਦਿਓ ਪ੍ਰਕਾਸ਼ ਰੂਪ ਹੈ, ਸੰਸਾਰ ਦੇ ਸਮਸਤ ਜੀਵਾਂ ਦੇ ਹਿਰਦਿਆਂ ਨੂੰ ਪ੍ਰਕਾਸ਼ਣੇ ਵਾਲਾ ਹੈ। ਪਾਰ ਬ੍ਰਹਮ ਜਬ ਭਏ ਕਿਰਪਾਲ, ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਜੀ ਜਦੋਂ ਕਿਰਪਾ ਦੇ ਘਰ ਵਿੱਚ ਆਏ, ਜਿਸ ਦਿਨ ਜਦੋਂ ਪਾਰ ਬ੍ਰਹਮ ਪਰਮੇਸ਼ਰ ਜੀ ਕਿਰਪਾ ਦੇ ਘਰ ਵਿੱਚ ਆਏ, ਤਬ ਭੇਟੇ ਗੁਰ ਸਾਧ ਦਇਆਲ। ਕਹਿੰਦੇ ਫਿਰ ਦਿਆਲੂ ਗੁਰੂ ਸਾਧ ਦਾ ਮੇਲ ਪ੍ਰਾਪਤ ਹੋਇਆ। ਜਦੋਂ ਪਰਮੇਸ਼ਰ ਦੀ ਕਿਰਪਾ ਹੋਈ ਤਾਂ ਜਾ ਕੇ ਗੁਰੂ ਸਾਧ ਦਾ ਮੇਲ ਪ੍ਰਾਪਤ ਹੋਇਆ। ਸਤਿਗੁਰੂ ਜੀ ਗੁਰਦੇਵ ਵੀ ਸਾਧ ਰੂਪ ਨੇ, ਤੋ ਗੁਰੂ ਸਾਧੂ ਦਾ ਮੇਲ ਜੋ ਪਰਮ ਦਿਆਲੂ ਨੇ, ਸਤਿਗੁਰੂ ਜੀ ਦਇਆ ਦੇ ਘਰ 'ਚ ਰਹਿੰਦੇ ਆ, ਉਹਨਾਂ ਦਾ ਮੇਲ, ਉਹਨਾਂ ਦਾ ਸੰਗ ਪ੍ਰਾਪਤ ਹੋਇਆ। ਦਿਨ ਰਹਿਣ ਨਾਨਕ ਨਾਮ ਧਿਆਏ, ਮੈਂ ਦਿਨ ਰਾਤ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਧਿਆਉਂਦਾ ਹਾਂ। ਦਿਨ ਰਾਤ ਅਠੇ ਪੈਰ ਨਿਰੰਤਰ ਇੱਕ ਰਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਂਦਾ ਹਾਂ। ਸੁਖ ਸਹਿਜ ਆਨੰਦ ਹਰਿ ਨਾਏ, ਵਾਹਿਗੁਰੂ ਸੁਖ ਸਵਰੂਪ ਹੈ, ਸਹਿਜ ਸਵਰੂਪ ਹੈ। ਉਹਦੇ ਨਾਮ ਦੇ ਵਿੱਚ ਸੁਖ ਵੀ ਨੇ, ਉਹਦੇ ਨਾਮ ਵਿੱਚ ਆਨੰਦ ਵੀ ਹੈ, ਔਰ ਉਹਦੇ ਅੰਮ੍ਰਿਤ ਨਾਮ ਵਿੱਚ ਸਹਿਜ ਹੈ, ਟਿਕਾ ਵੀ ਹੈ। ਹਰੀ ਦੇ ਨਾਮ ਵਿੱਚ ਸਾਰੀਆਂ ਬਰਕਤਾਂ ਨੇ, ਸੁਖ ਸਹਿਜ ਆਨੰਦ, ਇਹ ਸਭ ਹਰੀ ਨਿਰੰਕਾਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਵਿੱਚ ਹੈ। ਇਹ ਸਾਰੀਆਂ ਦਾਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਮਿਲੀਆਂ ਹੋਈਆਂ।